काहू को देत नह नह पै मानत आन। कहो नानक सुन रे मना ज्ञानी ताहे बखान। कहो नानक सुन रे मना ज्ञानी ताहे बखान। वाहिगुरु जी का खालसा वाहिगुरु जी की फतेह। धन सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर ਅੰਮ੍ਰਿਤ ਵੇਲੇ ਦੀ ਦਾਤ ਅੰਮ੍ਰਿਤ ਰਸ ਨੂੰ ਗ੍ਰਹਿਣ ਕਰ ਰਹੀ ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਦੀ ਬਖਸ਼ਿਸ਼ ਹੋਈ ਹੈ ਜੋ ਆਪ ਜੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਲੋਕਾਂ ਦੀ ਲੜੀਵਾਰ ਵਿਆਖਿਆ ਸਰਵਣ ਕਰ ਰਹੇ ਹੋ। ਬੜੀ ਰਹਿਮਤ ਸਤਿਗੁਰਾਂ ਨੇ ਇਹਨਾਂ ਸਲੋਕਾਂ ਦੇ ਅੰਦਰ ਕੀਤੀ ਹੈ। ਸਤਿਗੁਰਾਂ ਨੇ ਜੀਵਨ ਦੀਆਂ ਉਹ ਗੱਲਾਂ ਜਿਨ੍ਹਾਂ ਨਾਲ ਸਮੁੱਚੀ ਮਨੁੱਖਤਾ ਦਾ ਭਲਾ ਹੋ ਸਕਦਾ ਹੈ, ਉਹਨਾਂ ਗੱਲਾਂ ਨੂੰ ਇਹਨਾਂ ਪਾਵਨ ਸਲੋਕਾਂ ਦੇ ਅੰਦਰ ਦਰਜ ਕੀਤਾ ਹੈ। ਕਿਉਂਕਿ ਸਾਧ ਸੰਗਤ ਜੇ ਜੀਵਨ ਨੂੰ ਸੁਖੈਨਮਈ ਢੰਗ ਦੇ ਨਾਲ ਜਿਉਣਾ ਹੈ, ਆਨੰਦਮਈ ਢੰਗ ਦੇ ਨਾਲ ਜਿਉਣਾ ਹੈ, ਉਹਦੇ ਵਾਸਤੇ ਗੁਰੂ ਦਾ ਉਪਦੇਸ਼ ਲੈਣਾ ਬੜਾ ਜ਼ਰੂਰੀ ਹੈ। ਤੇ ਆਪ ਜੀ ਗੁਰੂ ਦਾ ਉਪਦੇਸ਼ ਲੈਣ ਵਾਸਤੇ ਹੀ ਸਾਧਨਾ ਦੇ ਵਿੱਚ ਜੁੜੇ ਹੋ। ਸਾਧਨਾ ਦਾ ਭਾਵ ਹੁੰਦਾ ਹੈ ਸਾਧ ਸੰਗਤ ਜਿੱਥੇ ਸਮਾਂ ਤੇ ਸਥਾਨ ਹੋਵੇ। ਸਮਾਂ ਅੰਮ੍ਰਿਤ ਵੇਲੇ ਦਾ ਹੈ, ਸਥਾਨ ਗੁਰੂ ਘਰ ਹੈ ਤੇ ਆਪ ਜੀ ਜੁੜ ਕੇ ਸਤਿਗੁਰਾਂ ਦੇ ਉਪਦੇਸ਼ਾਂ ਦੁਆਰਾ ਜੀਵਨ ਨੂੰ ਸਾਧਨ ਦਾ ਯਤਨ ਕਰਦੇ ਹੋ। ਗੁਰਮੁਖ ਜਿਹੜਾ ਹੁੰਦਾ ਹੈ ਉਹ ਸ਼ਬਦ ਨੂੰ ਸੁਣਦਾ ਹੈ, ਫਿਰ ਮੰਨਦਾ ਹੈ, ਫਿਰ ਜੀਵਨ 'ਚ ਕਮਾਉਂਦਾ ਹੈ ਤੇ ਜਦੋਂ ਕਮਾਉਂਦਾ ਹੈ ਤੇ ਫਿਰ ਪ੍ਰਾਪਤੀ ਕਰਦਾ ਹੈ। ਤੇ ਆਪ ਜੀ ਸਰਵਣ ਕਰ ਰਹੇ ਹੋ, ਮੰਨਣ ਕਰ ਰਹੇ ਹੋ, ਕਮਾਓਗੇ ਤੇ ਜੀਵਨ 'ਚ ਪ੍ਰਾਪਤੀ ਕਰ ਲਵੋਗੇ। ਬੜੀਆਂ ਰਹਿਮਤਾਂ ਸਤਿਗੁਰਾਂ ਨੇ ਇਹਨਾਂ ਸਲੋਕਾਂ ਦੇ ਅੰਦਰ ਕੀਤੀਆਂ ਨੇ। ਹੁਣੇ ਆਪ ਜੀ ਨੇ 16ਵਾਂ ਸਲੋਕ ਪਾਤਸ਼ਾਹ ਜੀ ਦਾ ਸਰਵਣ ਕੀਤਾ ਹੈ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਸਾਰੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ। ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਸਾਧ ਸੰਗਤ ਪਰਮੇਸ਼ਰ ਦਾ ਇੱਕ ਬੜਾ ਵੱਡਾ ਗੁਣ ਹੈ, ਅਕਾਲ ਪੁਰਖ ਦਾ ਬਹੁਤ ਵੱਡਾ ਗੁਣ ਹੈ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਦੇ ਵਿੱਚ ਸਾਨੂੰ ਦੱਸਿਆ ਹੈ। ਉਹ ਗੁਣ ਹੈ ਵਾਹਿਗੁਰੂ ਦਾ ਨਿਰਭਉ
ਨਿਰਵੈਰ। ਅਕਾਲ ਪੁਰਖ ਨਿਰਭਉ ਹਸਤੀ ਹੈ, ਉਹਦਾ ਕਿਸੇ ਦੇ ਨਾਲ ਕੋਈ ਭਾਉ ਨਹੀਂ। ਤੇ ਨਿਰਵੈਰ ਹੈ, ਉਹਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ। ਨਾ ਉਹ ਪਰਮੇਸ਼ਰ ਕਿਸੇ ਨੂੰ ਡਰ ਦਿੰਦਾ ਹੈ ਤੇ ਨਾ ਹੀ ਉਹ ਕਿਸੇ ਦਾ ਡਰ ਲੈਂਦਾ ਹੈ, ਕਿਉਂਕਿ ਉਹਦੇ ਤੋਂ ਕੋਈ ਵੱਡਾ ਹੋਵੇ ਤੇ ਉਹਦੇ ਤੋਂ ਹੀ ਪਰਮੇਸ਼ਰ ਡਰੇਗਾ। ਜਦੋਂ ਉਸ ਅਕਾਲ ਪੁਰਖ ਤੋਂ ਕੋਈ ਵੱਡਾ ਨਹੀਂ ਹੈ ਤੇ ਫਿਰ ਉਹਨੂੰ ਕਾਹਦਾ ਡਰ? ਉਹਨੂੰ ਕੋਈ ਡਰ ਨਹੀਂ ਹੈ। ਨਿਰਵੈਰ ਹਸਤੀ ਹੈ ਪਰਮੇਸ਼ਰ, ਨਾ ਹੀ ਕਿਸੇ ਨੂੰ ਡਰ ਦਿੰਦਾ ਹੈ, ਨਾ ਹੀ ਡਰਾਉਂਦਾ ਹੈ। ਉਹ ਸਾਰਿਆਂ ਦੀ ਪ੍ਰਤਪਾਲਣਾ ਕਰਦਾ ਹੈ। ਹਾਂ, ਆਪਣੇ ਕਰਮਾਂ ਕਰਕੇ ਮਨੁੱਖ ਇਹਨਾਂ ਵਿਕਾਰਾਂ 'ਚ ਫਸ ਜਾਂਦਾ ਹੈ, ਪਰ ਪਰਮੇਸ਼ਰ ਉਹਨੂੰ ਡਰਾਉਂਦਾ ਨਹੀਂ ਹੈ। ਉਹ ਤਾਂ ਵੀ ਦੇ ਰਿਹਾ ਹੈ, ਭਾਵੇਂ ਵਿਕਾਰ ਕਮਾਈ ਜਾਈਏ ਤੇ ਭਾਵੇਂ ਬੰਦਗੀ ਕਰੀ ਜਾਈਏ। ਉਹਨੇ ਦੇਣਾ ਥੋੜ੍ਹੀ ਬੰਦ ਕੀਤਾ। ਉਹਨੇ ਡਰ ਥੋੜ੍ਹੀ ਦਿੱਤਾ ਹੈ ਕਿ ਮੇਰਾ ਨਾਮ ਹੀ ਜਪੋ ਤੇ ਮੈਂ ਤੁਹਾਨੂੰ ਰਿਜ਼ਕ ਦੇਵਾਂਗਾ। ਨਹੀਂ, ਅਕਿਰਤ ਘਣਾ ਨੂੰ ਵੀ ਪਾਲੀ ਜਾਂਦਾ। ਬੜਾ ਵੱਡਾ ਉਸ ਅਕਾਲ ਪੁਰਖ ਦਾ ਇੱਕ ਗੁਣ ਹੈ ਕਿ ਉਹ ਨਿਰਭਉ ਤੇ ਨਿਰਵੈਰ ਹੈ। ਤੇ ਜੀਵਨ ਦੇ ਵਿੱਚ ਨਿਰਭਉ ਹੋ ਜਾਣਾ ਹੀ ਪਰਮੇਸ਼ਰ ਬਣ ਜਾਣਾ ਹੈ, ਨਿਰਵੈਰ ਹੋ ਜਾਣਾ ਹੀ ਪਰਮੇਸ਼ਰ ਬਣ ਜਾਣਾ। ਆਪਣੇ ਜੀਵਨ ਚੋਂ ਸਤਿਗੁਰੂ ਕਹਿੰਦੇ, ਜਿਹਨੇ ਡਰ ਨੂੰ ਕੱਢ ਦਿੱਤਾ, ਭੈ ਕਾਹੂ ਕੋ ਦੇਤ ਨੈ ਪੈ ਮਾਨਤ ਆਨ। ਨਾ ਉਹ ਕਿਸੇ ਨੂੰ ਡਰ ਦਿੰਦਾ ਹੈ, ਨਾ ਹੀ ਉਹ ਕਿਸੇ ਦਾ ਡਰ ਲੈਂਦਾ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਡਰ ਦਿੱਤਾ ਗਿਆ, ਕੈਦ ਕੀਤਾ ਗਿਆ ਹੈ, ਭੂਤਾਂ ਵਾਲੀ ਹਵੇਲੀ 'ਚ ਰੱਖਿਆ ਗਿਆ ਹੈ। ਪਾਤਸ਼ਾਹ ਨਹੀਂ ਡਰੇ। ਸਤਿਗੁਰਾਂ ਨੂੰ ਪਿੰਜਰੇ 'ਚ ਕੈਦ ਕੀਤਾ ਗਿਆ ਹੈ, ਨਹੀਂ ਡਰੇ। ਸਾਹਮਣੇ 3 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ, ਨਹੀਂ ਡਰੇ ਮਹਾਰਾਜ। ਅਖੀਰ ਸਭ ਤੋਂ ਵੱਡਾ ਮੌਤ ਦਾ ਡਰ ਦਿੱਤਾ ਹੈ, ਤੁਹਾਨੂੰ ਮਾਰ ਦਿੱਤਾ ਜਾਵੇਗਾ, ਇਸਲਾਮ ਕਬੂਲ ਕਰ ਲਓ। ਮਹਾਰਾਜ ਕਹਿੰਦੇ ਨਹੀਂ। ਨਾ ਅਸੀਂ ਡਰ ਕਰਕੇ ਪਹਿਲੇ ਜਾਮੇ ਦੇ ਵਿੱਚ ਜਨੇਊ ਧਾਰਨ ਕੀਤਾ ਸੀ ਤੇ ਨਾ ਹੀ ਅਸੀਂ ਡਰ ਕਰਕੇ ਜਨੇਊ ਲੈਣ ਦੇਵਾਂਗੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਜਿਸ ਮਨੁੱਖ ਦੇ ਜੀਵਨ ਚੋਂ ਡਰ ਖਤਮ ਹੋ ਜਾਵੇ। ਹਾਂ, ਇੱਕ ਜੀਵਨ 'ਚ ਡਰ ਰਹਿਣਾ ਚਾਹੀਦਾ ਹੈ। ਉਹ ਡਰ ਕਿਹੜਾ ਹੈ? ਡੱਡਾ ਡਰ ਉਪਜੈ ਡਰ ਜਾਹੀ। ਸਤਿਗੁਰੂ ਕਹਿੰਦੇ, ਜਦੋਂ ਪਰਮੇਸ਼ਰ ਦਾ ਡਰ ਆ ਜਾਵੇ ਤੇ ਜੀਵਨ 'ਚ ਦੂਸਰੇ ਡਰ ਖਤਮ ਹੋ ਜਾਂਦੇ। ਜੀਵਨ ਦੇ ਵਿੱਚੋਂ ਦੂਸਰੇ ਡਰ ਖਤਮ ਹੋ ਜਾਂਦੇ ਆ ਜਦੋਂ ਪਰਮੇਸ਼ਰ ਦਾ ਡਰ, ਪਰਮੇਸ਼ਰ ਦਾ ਭਾਉ ਆਵੇ। ਇਹ ਜਾਣ ਲਈਏ ਕਿ ਜੇ ਅਸੀਂ ਗੁਰੂ ਘਰ ਬੈਠੇ ਹਾਂ, ਇੱਥੇ ਵੀ ਪਰਮੇਸ਼ਰ ਹੈ, ਤੇ ਜਦੋਂ ਇੱਥੋਂ ਜਾਵਾਂਗੇ, ਕਾਰ ਵਿਹਾਰ ਕਰਾਂਗੇ, ਉਸ ਸਮੇਂ ਵੀ ਪਰਮੇਸ਼ਰ ਹੈ। ਇਹ ਡਰ ਜੀਵਨ 'ਚ ਲੈ ਕੇ ਆਈਏ। ਸਤਿਗੁਰੂ ਕਹਿੰਦੇ ਆ, ਡਰ ਘਰ ਘਰ ਡਰ 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 ਜਾਏ, ਸੋ ਡਰ ਕਿਹਾ ਜਿਤ ਡਰ ਡਰ ਪਾਏ। ਕਮਾਲ ਦਾ ਪਰਮੇਸ਼ਰ ਤੁਹਾਡਾ ਡਰ ਹੈ, ਜਿਹਦੇ ਨਾਲ ਸੰਸਾਰ ਦੇ ਸਾਰੇ ਡਰ ਖਤਮ ਹੋ ਜਾਂਦੇ। ਸਤਿਗੁਰੂ ਕਹਿੰਦੇ ਨਹੀਂ, ਤੁਸੀਂ ਮੌਤ ਦੇ ਦਿਓ ਪਰ ਡਰਨਾ ਨਹੀਂ। ਤੇ ਮਹਾਰਾਜ ਆਪ ਸਤਿਗੁਰਾਂ ਦੀ ਸ਼ਹਾਦਤ ਹੁੰਦੀ ਹੈ ਤੇ ਜਿਹੜਾ ਔਰੰਗਜ਼ੇਬ ਕਹਿੰਦਾ ਸੀ ਮੈਂ ਜਨੇਊ ਉਤਾਰ ਦੇਣੇ ਆ, ਉਹਦੇ ਖਿਲਾਫ ਬਗਾਵਤਾਂ ਹੋਣੀਆਂ ਸ਼ੁਰੂ ਹੋ ਗਈਆਂ। ਸਾਰਿਆਂ ਦਾ ਡਰ ਮਹਾਰਾਜ ਨੇ ਖਤਮ ਕਰ ਦਿੱਤਾ। ਨਿਰਭਉ ਹੋ ਗਏ ਸਤਿਗੁਰੂ। ਮਹਾਰਾਜ ਕਹਿੰਦੇ, ਜੀਵਨ 'ਚ ਜਿਹਦੇ ਨਾ ਜਿਹੜਾ ਕਿਸੇ ਨੂੰ ਡਰ ਦਿੰਦਾ ਹੈ, ਨਾ ਕਿਸੇ ਦਾ ਡਰ ਲੈਂਦਾ ਹੈ। ਡਰ ਗੁਲਾਮੀ ਦੀ ਨਿਸ਼ਾਨੀ ਹੈ ਸਾਧ ਸੰਗਤ। ਡਰਦਾ ਮਨੁੱਖ ਹੁੰਦਾ ਜਿਹੜਾ ਗੁਲਾਮ ਹੋਵੇ, ਤੇ ਜਿਹੜਾ ਗੁਲਾਮ ਨਹੀਂ ਉਹ ਕਦੀ ਨਹੀਂ ਡਰਦਾ ਹੁੰਦਾ। ਜੀਵਨ ਦੇ ਵਿੱਚ ਡਰ ਨਹੀਂ, ਜੀਵਨ ਦੇ ਵਿੱਚ ਨਿਰਭੈਤਾ ਨਹੀਂ। ਜੀਵਨ ਦੇ ਵਿੱਚ ਨਿਰਭੈਤਾ ਹੈ, ਡਰ ਨਹੀਂ ਹੈ। ਜੀਵਨ ਨੂੰ ਨਿਰੰਤਰ ਚਲਾਉਣਾ ਹੈ, ਸਾਰਿਆਂ ਦੇ ਨਾਲ ਪਿਆਰ ਨਾਲ ਰਹਿਣਾ ਹੈ। ਹਾਂ, ਜੇ ਕੋਈ ਚੜ੍ਹ ਕੇ ਆਉਂਦਾ ਹੈ ਤੇ ਉਹਦਾ ਮੁਕਾਬਲਾ ਕਰਨਾ ਹੈ, ਉਹਦੇ ਤੋਂ ਡਰਨਾ ਨਹੀਂ। ਮਹਾਰਾਜ ਕਹਿੰਦੇ, ਜੀਵਨ 'ਚ ਜਿਹਦੇ ਜੀਵਨ 'ਚੋਂ ਚਲਾ ਗਿਆ, ਨਾ ਉਹ ਕਿਸੇ ਨੂੰ ਡਰ ਦਿੰਦਾ ਹੈ, ਨਾ ਕਿਸੇ ਦਾ ਡਰ ਲੈਂਦਾ ਹੈ। ਤੇ ਸਤਿਗੁਰੂ ਕਹਿੰਦੇ, ਉਹਨੂੰ ਅਸਲੀ ਗਿਆਨੀ ਬਖਾਨੋ। ਉਹ ਅਸਲੀ ਗਿਆਨੀ ਹੈ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ। ਸਤਿਗੁਰੂ ਕਹਿੰਦੇ, ਕੈਸਾ ਹੈ ਗਿਆਨੀ? ਆਪਣੇ ਆਪ ਨੂੰ ਬੁੱਝਣ ਵਾਲਾ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ।
ਆਪਣੇ ਆਪ ਨੂੰ ਬੁੱਝੇ ਉਹ ਗਿਆਨੀ। ਸਤਿਗੁਰਾਂ ਨੇ ਕਿਹਾ, ਮਹਾਰਾਜ ਕਹਿੰਦੇ ਉਹ ਗਿਆਨੀ ਹੈ, ਉਹ ਪੁਰਸ਼ ਗਿਆਨਵਾਨ ਹੈ। ਉਹ ਗਿਆਨ ਨਹੀਂ ਜਿਹੜਾ ਸੰਸਾਰੀ ਗਿਆਨ, ਉਹਦੇ ਕੋਲ ਅਧਿਆਤਮਿਕ ਗਿਆਨ ਹੈ, ਜਿਹਦੇ ਕਰਕੇ ਉਹ ਡਰ ਤੋਂ ਬਚ ਗਿਆ। ਨਾ ਕਿਸੇ ਨੂੰ ਡਰ ਦਿੰਦਾ ਹੈ, ਨਾ ਕਿਸੇ ਦਾ ਡਰ ਲੈਂਦਾ ਹੈ। ਕਹੋ ਨਾਨਕ ਸੁਨ ਰੇ ਮਨਾ, ਹੇ ਮੇਰਿਆ ਮਨਾ ਇਹ ਗੱਲ ਨੂੰ ਧਾਰਨ ਕਰ, ਸੁਣ ਲਾ ਕਿ ਅਸਲੀ ਗਿਆਨੀ ਮਨੁੱਖ ਉਹ ਹੈ ਜਿਹਨੇ ਜੀਵਨ ਚੋਂ ਡਰ ਨੂੰ ਖਤਮ ਕਰ ਦਿੱਤਾ, ਜਿਹੜਾ ਨਾ ਆਪ ਭੈ ਦੇ ਵਿੱਚ ਹੈ, ਨਾ ਉਹਨੇ ਕਿਸੇ ਨੂੰ ਭੈ ਦਿੱਤਾ। ਜਿਹੇ ਵਿਖਿਆ ਸਗਲੀ ਤਜੀ, ਲਿਓ ਭੇਖ ਬੈਰਾਗ। ਕਹੋ ਨਾਨਕ ਸੁਨ ਰੇ ਮਨਾ, ਇਹ ਨਰ ਮਾਥੈ ਭਾਗ। ਵੱਡਿਆਂ ਭਾਗਾਂ ਵਾਲਾ ਕੌਣ ਹੈ? ਸਭ ਤੋਂ ਮਸਤਕ ਦੇ ਵੱਡੇ ਭਾਗ ਸਤਿਗੁਰੂ ਕਹਿੰਦੇ ਉਹਦੇ ਹਨ ਜਿਸ ਮਨੁੱਖ ਨੇ ਵਿਖਿਆ ਤਜ ਦਿੱਤੀ। ਵਿਖਿਆ ਕੀ ਹੈ? ਵਿਕਾਰ। ਜੀਵਨ ਚੋਂ ਜਿਸ ਮਨੁੱਖ ਨੇ ਵਿਕਾਰ ਤਜ ਦਿੱਤੇ, ਛੱਡ ਦਿੱਤੇ, ਤੇ ਵੈਰਾਗ ਧਾਰਨ ਕਰ ਲਿਆ। ਵੈਰਾਗ ਕਿਹੜਾ? ਉਸ ਦਿਨ ਆਪਾਂ ਗੱਲ ਕੀਤੀ ਸੀ, ਵੈਰਾਗ ਉਹ ਨਹੀਂ ਸੰਸਾਰ ਨੂੰ ਛੱਡ ਕੇ ਚਲੇ ਜਾਣਾ। ਵੈਰਾਗ ਉਹ ਹੈ ਜਿਹੜਾ ਮਨ ਕਰਕੇ ਵੈਰਾਗੀ ਹੋਵੇ। ਤੇ ਵਿਵੇਕ ਦੇ ਵਿੱਚੋਂ ਵੈਰਾਗ ਨਿਕਲਦਾ ਹੈ। ਸਾਧ ਸੰਗਤ, ਵਿਵੇਕ ਗਿਆਨ ਜੋ ਪਰਮੇਸ਼ਰ ਦਿੰਦਾ ਹੈ। ਵਿਵੇਕ ਦਾਨ ਮੰਗਦੇ ਆ ਨਾ ਗੁਰੂ ਦੇ ਕੋਲੋਂ, ਸਿੱਖਾਂ ਨੂੰ ਵਿਵੇਕ ਦਾਨ ਸਤਿਗੁਰੂ ਦੇ ਕੋਲੋਂ ਮੰਗਦੇ ਹਾਂ ਅਸੀਂ। ਸਤਿਗੁਰੂ ਕਹਿੰਦੇ ਜਿਹੜਾ ਮਨੁੱਖ ਵੈਰਾਗੀ ਹੋ ਜਾਵੇ, ਮਨ ਕਰਕੇ ਵੈਰਾਗੀ ਹੋਵੇ। ਤਾਰੂ ਪੋਪਟ ਆਇਆ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਕੋਲ। ਉਮਰ ਬੜੀ ਛੋਟੀ ਹੈ, ਮਹਾਰਾਜ ਕਿਰਪਾ ਕਰੋ, ਦੱਸੋ ਮਹਾਰਾਜ ਮੌਤ ਦਾ ਭੈ ਕਿਵੇਂ ਖਤਮ ਹੋਵੇ। ਸਤਿਗੁਰੂ ਕਹਿੰਦੇ ਬਾਲਕ, ਇੰਨੀ ਛੋਟੀ ਉਮਰ 'ਚ ਕਿਵੇਂ ਜਾਣ ਲਿਆ ਕਿ ਮੌਤ ਦਾ ਡਰ ਹੈ। ਸਤਿਗੁਰੂ, ਮਾਂ ਮੇਰੀ ਰੋਟੀਆਂ ਪਕਾਉਣ ਲੱਗੀ ਹੈ, ਅੱਗ ਬਾਲੀ ਹੈ ਚੁੱਲ੍ਹੇ 'ਚ, ਛੋਟੀਆਂ ਛੋਟੀਆਂ ਲੱਕੜਾਂ ਨੂੰ ਪਹਿਲੋਂ ਅੱਗ ਲੱਗ ਗਈ। ਮਾਂ ਨੇ ਕਿਹਾ ਹੈ ਕਿ ਪੁੱਤਰ ਛੋਟੀਆਂ ਲੱਕੜਾਂ ਲਿਆ ਕੇ ਦੇ, ਅੱਗ ਮਚਾਈਏ। ਤੇ ਜਦੋਂ ਅੱਗ ਬਲੀ ਹੈ ਮਹਾਰਾਜ, ਤੇ ਮਨ ਨੇ ਪੁੱਛਿਆ ਹੈ ਮਾਂ ਨੂੰ ਕਿ ਮਾਂ ਇਹ ਜਿਹੜੀ ਅੱਗ ਹੈ ਇਹ ਪਹਿਲੋਂ ਛੋਟੀਆਂ ਲੱਕੜਾਂ ਨੂੰ ਕਿਉਂ ਲੈ ਗਈ, ਕਿਉਂ ਇਹਨਾਂ ਨੂੰ ਸਾੜਿਆ। ਤੇ ਮਾਂ ਨੇ ਕਿਹਾ ਹੈ ਕਿ ਪੁੱਤਰ ਪਹਿਲੋਂ ਛੋਟੀਆਂ ਸੜਦੀਆਂ, ਫਿਰ ਵੱਡੀਆਂ ਸੜਦੀਆਂ। ਤੇ ਮਨ 'ਚ ਆਇਆ ਹੈ, ਵੈਰਾਗ ਆਇਆ ਹੈ, ਵਿਵੇਕ ਆਇਆ ਨਾ ਪਹਿਲਾਂ, ਵਿਵੇਕ ਦੇ ਨਾਲ ਫਿਰ ਵੈਰਾਗ ਆਇਆ ਕਿ ਜੇ ਇਹ ਛੋਟੀਆਂ ਲੱਕੜਾਂ ਸੜ ਸਕਦੀਆਂ ਨੇ ਤੇ ਮੇਰਾ ਜੀਵਨ ਵੀ ਤੇ ਛੋਟਾ ਹੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਮਾਂ ਨੇ ਕਿਹਾ ਛੋਟੀਆਂ ਲੱਕੜਾਂ ਵੀ ਸੜ ਜਾਣੀਆਂ, ਤੇ ਤਾਂ ਕਰਕੇ ਸਤਿਗੁਰੂ ਪੁੱਛਦਾ ਪਿਆ ਹੈ ਕਿ ਮੈਨੂੰ ਵੀ ਮੌਤ ਆ ਜਾਣੀ, ਕਿਰਪਾ ਕਰੋ ਮੌਤ ਦੇ ਡਰ ਤੋਂ ਬਖਸ਼ੇ। ਪਹਿਲੋਂ ਵਿਵੇਕ ਆਉਂਦਾ ਹੈ, ਸਮਝ ਆਉਂਦੀ ਹੈ। ਧੰਨ ਬਾਬਾ ਬੁੱਢਾ ਜੀ ਫਸਲਾਂ ਦੇ ਵਿੱਚੋਂ ਦੀ ਘੋੜੇ ਲੰਘੇ ਆ, ਫਸਲ ਜਿਹੜੀ ਹੈ ਕੱਚੀ ਆ, ਸਾਰੀ ਢਹਿ ਢੇਰੀ ਹੋ ਗਈ। ਤੇ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਹੈ, ਮਹਾਰਾਜ ਫਸਲ ਦਾ ਤੇ ਕੋਈ ਭਰੋਸਾ ਨਹੀਂ, ਕਦੋਂ ਇੰਨੇ ਢੇਰੀ ਹੋ ਜਾਣਾ ਹੈ, ਘੋੜੇ ਲੰਘਦੇ ਆ। ਜੀਵਨ ਦਾ ਵੀ ਮਹਾਰਾਜ ਕੋਈ ਪਤਾ ਨਹੀਂ ਕਦੋਂ ਚਲਾ ਜਾਣਾ। ਵਿਵੇਕ ਆਇਆ ਨਾ ਮਨ 'ਚ, ਤੇ ਫਿਰ ਸਤਿਗੁਰਾਂ ਨੇ ਉਪਦੇਸ਼ ਦਿੱਤਾ। ਇਸੇ ਕਰਕੇ ਸਾਧ ਸੰਗਤ, ਜਿਹੜਾ ਵੈਰਾਗੀ ਹੁੰਦਾ ਹੈ, ਮਨ ਕਰਕੇ ਵੈਰਾਗੀ ਹੁੰਦਾ ਹੈ ਨਾ, ਉਹ ਜੀਵਨ 'ਚ ਕੁਛ ਪ੍ਰਾਪਤ ਕਰ ਲੈਂਦਾ। ਨਹੀਂ ਤੇ ਭੇਖ ਦਿਖਾਏ ਜਗਤ ਕੋ, ਲੋਗਣ ਕੋ ਬਸ ਕੀਨ। ਜਿਹੜੇ ਵੈਰਾਗੀ ਹੋ ਜਾਂਦੇ ਆ, ਭੇਖ ਦਿਖਾਉਂਦੇ ਸੰਸਾਰ ਨੂੰ, ਅੰਤ ਕਾਲ ਘਾਤੀ ਕਟਿਓ, ਬਾਸ ਨਰਕ ਮੋਲੀਨ। ਐਸਾ ਜੀਵਨ ਹੁੰਦਾ ਹੈ ਉਹਨਾਂ ਦਾ। ਮਹਾਰਾਜ ਕਹਿੰਦੇ ਜਿਸ ਮਨੁੱਖ ਨੇ ਆਪਣੇ ਜੀਵਨ ਦੇ ਵਿੱਚੋਂ ਵਿਖਿਆ ਵਿਕਾਰ ਤਜ ਦਿੱਤੇ, ਛੱਡ ਦਿੱਤੇ, ਜੇ ਵਿਖਿਆ ਸਗਲੀ ਤਜੀ, ਲਿਓ ਭੇਖ ਬੈਰਾਗ। ਮਨ ਕਰਕੇ ਵੈਰਾਗ ਜਿਹਨੇ ਧਾਰਨ ਕਰ ਲਿਆ, ਕਹੋ ਨਾਨਕ ਸੁਨ ਰੇ ਮਨਾ, ਇਹ ਨਰ ਮਾਥੇ ਭਾਗ। ਉਹਦੇ ਵੱਡੇ ਭਾਗ ਹਨ। ਉਹਦਾ ਮਸਤਕ ਜਿਹੜਾ ਹੈ ਭਾਗਾਂ ਵਾਲਾ ਹੈ। ਭਾਗਾਂ ਵਾਲਾ ਹੈ ਉਹ ਮਨੁੱਖ ਜਿਹੜਾ ਮਨ ਕਰਕੇ ਵੈਰਾਗੀ ਹੈ, ਵਿਕਾਰਾਂ ਨੂੰ ਜਿਹਨੇ ਤਜ ਦਿੱਤਾ, ਛੱਡ ਦਿੱਤਾ। ਵਿਖਿਆ ਵਿਕਾਰ ਤੇ ਸਵੇਰ ਤੋਂ ਹੀ ਸ਼ੁਰੂ ਹੋ ਜਾਂਦੇ। ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੇ ਸਦਾ ਬਿਆਲ। ਮਹਾਰਾਜ ਕਹਿੰਦੇ ਇੱਕ ਕੁੱਤਾ ਤੇ ਦੋ ਕੁੱਤੀਆਂ ਸਵੇਰੇ ਹੀ ਭੌਂਕਣ ਲੱਗ ਜਾਂਦੀਆਂ। ਕੁੱਤਾ ਕੀ ਹੈ? ਲੋਭ।
ਤੇ ਕੁੱਤੀਆਂ ਕਿਹੜੀਆਂ ਨਾਲ ਭੌਂਕਦੀਆਂ? ਆਸਾ ਤੇ ਤ੍ਰਿਸ਼ਨਾ। ਇਹਦੇ ਕਰਕੇ ਮਨੁੱਖ ਭੱਜਾ ਫਿਰਦਾ ਨਾ। ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੇ ਸਦਾ ਬਿਆਲ। ਝੂਠ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਮਹਾਰਾਜ ਕਹਿੰਦੇ ਹੱਥ 'ਚ ਝੂਠ ਦਾ ਛੁਰਾ ਫੜਿਆ ਹੈ ਤੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਠੱਗਣਾ ਸ਼ੁਰੂ ਕਰ ਦਿੱਤਾ। ਐਸਾ ਮੈਂ ਜਿਹੜਾ ਜੀਵਨ, ਐਸਾ ਭੇਖ ਧਾਰਨ ਕੀਤਾ ਹੈ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਵੇਖਿਆ ਤਜ ਦਿੱਤੀ, ਉਹ ਅਸਲੀ ਸਤਿਗੁਰੂ ਕਹਿੰਦੇ ਉਹ ਮਨੁੱਖ ਜਿਹੜੇ ਹਨ, ਉਹਨਾਂ ਦੇ ਵੱਡੇ ਭਾਗ ਹਨ। ਜਿਹੇ ਮਾਇਆ ਮਮਤਾ ਤਜੀ, ਸਭ ਤੇ ਭਇਓ ਉਦਾਸ। ਕਹੋ ਨਾਨਕ ਸੁਨ ਰੇ ਮਨਾ, ਇਹ ਘਟ ਬ੍ਰਹਮ ਨਿਵਾਸ। ਮਾਇਆ ਤਜਨੀ ਹੈ। ਮਾਇਆ ਮਮਤਾ, ਮਾਇਆ ਦੇ ਨਾਲ ਮੋਹ ਜਿਹੜਾ ਹੈ ਉਹ ਛੱਡਣਾ ਹੈ। ਜੋਗੀ ਮਾਇਆ ਨੂੰ ਮਾਂ ਕਹਿੰਦੇ ਆ, ਸੰਸਾਰੀ ਮਾਇਆ ਨੂੰ ਇਸਤਰੀ ਕਰਕੇ ਜਾਣਦੇ ਆ, ਪਰ ਜਿਹੜੇ ਭਗਤ ਹੁੰਦੇ ਆ, ਗੁਰੂ ਦੇ ਪਿਆਰੇ ਹੁੰਦੇ, ਉਹ ਦਾਸੀ ਜਾਣਦੇ ਮਾਇਆ ਨੂੰ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਉਹ ਦਾਸੀ ਕਰਕੇ ਜਾਣਦੇ ਆ ਮਾਇਆ ਨੂੰ। ਉਹ ਜੀਵਨ 'ਚ ਮਾਇਆ ਵਰਤਦੇ ਆ, ਪਰ ਉਹ ਮਾਇਆ ਦੇ ਨਾਲ ਮਮਤਾ ਮੋਹ ਨਹੀਂ ਰੱਖਦੇ। ਜੇ ਮਾਇਆ ਮਮਤਾ ਤਜੀ, ਮਾਇਆ ਦਾ ਮੋਹ ਜਿਨ੍ਹਾਂ ਨੇ ਤਿਆਗ ਦਿੱਤਾ, ਮਾਇਆ ਦੇ ਨਾਲ ਪ੍ਰੀਤ ਜਿਨ੍ਹਾਂ ਨੇ ਤਿਆਗ ਦਿੱਤੀ, ਸਭ ਤੇ ਭਇਓ ਉਦਾਸ। ਇਹਨਾਂ ਸਾਰਿਆਂ ਵਿਕਾਰਾਂ ਤੋਂ ਜਿਹੜੇ ਉਦਾਸੀ ਹੋ ਗਏ, ਜਿਨ੍ਹਾਂ ਨੇ ਛੱਡ ਦਿੱਤਾ, ਜਿਹੜੇ ਨਿਰਲੇਪ, ਉਦਾਸ ਦਾ ਅਰਥ ਨਿਰਲੇਪ, ਜਿਹੜੇ ਨਿਰਲੇਪ ਹੋ ਗਏ ਇਸ ਤੋਂ। ਸਤਿਗੁਰੂ ਕਹਿੰਦੇ ਕਹੋ ਨਾਨਕ ਸੁਨ ਰੇ ਮਨਾ, ਇਹ ਮੇਰਿਆ ਮਨਾ ਇਹ ਗੱਲ ਸੁਣ। ਇਹ ਘਟ ਬ੍ਰਹਮ ਨਿਵਾਸ, ਉਸ ਹਿਰਦੇ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦਾ ਨਿਵਾਸ ਹੈ, ਜਿਹਨੇ ਮਾਇਆ ਤਜ ਦਿੱਤੀ, ਜਿਹੜਾ ਮਾਇਆ ਤੋਂ ਨਿਰਲੇਪ ਹੋ ਗਿਆ, ਜਿਹਦੇ ਜੀਵਨ ਦੇ ਵਿੱਚ ਹਾਂ ਮਾਇਆ ਜਿਹੜੀ ਹੈ ਨਾ, ਉਹ ਸਾਧ ਸੰਗਤ ਸੰਸਾਰ ਤਿਆਗਣ ਦੇ ਨਾਲ ਮਾਇਆ ਤਿਆਗੀ ਨਹੀਂ ਜਾਂਦੀ। ਕਿਉਂਕਿ ਕਬੀਰ ਸਾਹਿਬ ਕਹਿੰਦੇ ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਣ ਤਜਿਆ ਨਾ ਜਾਏ। ਕਿਉਂਕਿ ਜੀਵਨ ਦੇ ਵਿੱਚ ਜੇ ਮਾਇਆ ਛੱਡ ਦਿੱਤੀ ਹੈ ਤੇ ਉਹਨੂੰ ਛੱਡਣ ਦਾ ਵੀ ਜੇ ਹੰਕਾਰ ਨਾ ਛੱਡਿਆ ਤੇ ਫਿਰ ਕੀ ਛੱਡਿਆ ਤੂੰ? ਕੁਛ ਵੀ ਨਹੀਂ। ਕਹਿੰਦੇ ਇੱਕ ਗੁਰਮੁਖ ਪਿਆਰਾ ਨੂੰ ਪਤਾ ਲੱਗਾ ਕਿ ਕਿਸੇ ਜੰਗਲ ਦੇ ਵਿੱਚ ਕੋਈ ਸਾਧੂ ਰਹਿੰਦਾ ਹੈ, ਉਹਨੇ ਸਾਰਾ ਕੁਛ ਤਿਆਗ ਦਿੱਤਾ ਹੈ, ਸੰਸਾਰ ਨੂੰ ਛੱਡ ਕੇ ਜੰਗਲ 'ਚ ਬੈਠਾ ਹੈ। ਗੁਰਮੁਖ ਪਿਆਰਾ ਕਹਿੰਦਾ ਚੱਲ ਮਿਲ ਕੇ ਆਉਂਦੇ ਆ ਭਾਈ, ਕਿੰਨਾ ਕੁ ਵੈਰਾਗੀ ਹੈ, ਕਿੰਨਾ ਕੁ ਜੀਵਨ 'ਚ ਮਾਇਆ ਨੂੰ ਤਿਆਗਿਆ ਇਹਨੇ। ਚਲਾ ਗਿਆ, ਕੀ ਦੇਖਦਾ ਹੈ ਕਿ ਜਿੱਥੇ ਉਹ ਰਹਿੰਦਾ ਹੈ ਤੇ ਨੇੜੇ ਅਖਬਾਰਾਂ ਦਾ ਢੇਰ ਲੱਗਾ, ਅਖਬਾਰਾਂ ਦੀ ਕਟਿੰਗ ਦਾ ਢੇਰ, ਕੱਟ ਕੱਟ ਕੇ ਅਖਬਾਰਾਂ ਰੱਖੀਆਂ ਨੇੜੇ। ਤੇ ਪੁੱਛਿਆ ਮਹਾਂਪੁਰਖੋ, ਤੁਸੀਂ ਆ ਅਖਬਾਰਾਂ ਕੱਟ ਕੱਟ ਕੇ ਰੱਖੀਆਂ ਨੇੜੇ, ਕੀ ਗੱਲ ਹੈ? ਉਹ ਕਹਿੰਦਾ ਮੈਂ ਅਖਬਾਰਾਂ ਕੱਟ ਕੇ ਤਾਂ ਰੱਖੀਆਂ ਹੈ ਕਿ ਕਿਤੇ ਸ਼ਹਿਰ ਦੇ ਵਿੱਚ ਜਦੋਂ ਕਿਤੇ ਗੱਲ ਹੁੰਦੀ ਹੈ ਨਾ ਵੈਰਾਗ ਦੀ, ਜਦੋਂ ਕਿਤੇ ਗੱਲ ਹੁੰਦੀ ਹੈ ਉਦਾਸ ਦੀ, ਜਦੋਂ ਗੱਲ ਹੁੰਦੀ ਹੈ ਮਾਇਆ ਛੱਡਣ ਦੀ, ਤੇ ਉਦੋਂ ਮੇਰੀਆਂ ਤਸਵੀਰਾਂ, ਮੇਰੀਆਂ ਗੱਲਾਂ ਜਿਹੜੀਆਂ ਨਾ ਉਹ ਅਖਬਾਰ 'ਚ ਛਪਦੀਆਂ। ਤੇ ਫਿਰ ਮੈਂ ਉਹ ਗੱਲਾਂ ਦੀ ਕਟਿੰਗ ਜਿਹੜੀ ਹੈ, ਉਹ ਅਖਬਾਰ ਦੀਆਂ ਖਬਰਾਂ ਦੀ ਕਟਿੰਗ ਜਿਹੜੀ ਕੱਟ ਕੇ ਤੇ ਆਪਣੇ ਕੋਲ ਰੱਖ ਲੈਣਾ। ਤੇ ਇਹ ਵੀ ਜੇ ਸਾਧ ਸੰਗਤ ਮਾਇਆ ਹੀ ਹੈ ਨਾ। ਸੰਸਾਰ ਤੋਂ ਮਾਇਆ ਤੋਂ ਨਿਰਲੇਪ ਹੋ ਗਿਆ, ਪਰ ਮਨ ਕਰਕੇ ਮਾਇਆ ਨਹੀਂ ਛੱਡੀ। ਮਾਣ ਤਾਂ ਵੀ ਰਹਿ ਗਿਆ ਅੰਦਰ, ਹੰਕਾਰ ਤਾਂ ਵੀ ਰਹਿ ਗਿਆ, ਤਾਂ ਵੀ ਮਨ ਦੇ ਵਿੱਚ ਹੰਕਾਰ ਹੈ। ਤੇ ਜਿਸ ਦਿਨ ਹੰਕਾਰ ਖਤਮ ਹੋਵੇਗਾ ਤੇ ਉਸ ਦਿਨ ਹੀ ਮਨੁੱਖ ਉਦਾਸ ਹੋਵੇਗਾ, ਨਿਰਲੇਪ ਹੋਵੇਗਾ। ਕਹੋ ਨਾਨਕ ਸੁਨ ਰੇ ਮਨਾ, ਸਤਿਗੁਰੂ ਕਹਿੰਦੇ ਆ ਇਹ ਘਟ ਬ੍ਰਹਮ ਨਿਵਾਸ, ਬ੍ਰਹਮ ਦਾ ਨਿਵਾਸ ਉੱਥੇ ਹੈ ਜਿਸ ਜਗ੍ਹਾ ਦੇ ਉੱਤੇ ਮਾਇਆ ਦੀ ਮਮਤਾ, ਮਾਇਆ ਦੀ ਪੋਹ ਜਿਹੜੀ ਹੈ ਉਹ ਨਾਸ਼ ਹੋ ਗਈ। ਜਿਹੇ ਪ੍ਰਾਨੀ ਹਉਮੈ ਤਜੀ, ਕਰਤਾ ਰਾਮ ਪਛਾਨ। ਕਹੋ ਨਾਨਕ ਵਾਹੋ ਮੁਕਤ ਨਰ, ਇਹ ਮਨ ਸਾਚੀ ਮਾਨ। ਜਿਹੇ ਪ੍ਰਾਨੀ ਹਉਮੈ ਤਜੀ, ਹਉਮੈ ਨੂੰ ਛੱਡਣਾ ਹੈ,
ਸਾਧ ਸੰਗਤ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪੜ੍ਹਦੇ ਆ ਨਾ, ਤੇ ਪੰਜ ਵਿਕਾਰਾਂ ਦਾ ਬੜਾ ਵੱਡੀ ਤੌਰ ਤੇ ਜ਼ਿਕਰ ਹੁੰਦਾ ਹੈ। ਕਾਮ ਤੋਂ ਗੱਲ ਮਹਾਰਾਜ ਆਰੰਭ ਕਰਦੇ ਆ ਤੇ ਹੰਕਾਰ ਤੱਕ ਲੈ ਕੇ ਜਾਂਦੇ। ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਕਾਮ ਨੂੰ ਸਭ ਤੋਂ ਪਹਿਲਾਂ ਉਹ ਰੱਖਿਆ ਕਿਉਂਕਿ ਇਹਦੀ ਆਰਜਾ, ਇਹਦੀ ਉਮਰ ਥੋੜ੍ਹੀ ਹੈ। ਥੋੜਾ ਵਿਕਾਰ ਭੋਗ ਕੇ ਮਨੁੱਖ ਫੇਰ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ। ਕ੍ਰੋਧ, ਕਾਮ ਤੋਂ ਥੋੜ੍ਹੀ ਜੀ ਉਮਰ ਜ਼ਿਆਦੀ ਹੈ। ਮਨੁੱਖ ਗੁੱਸਾ ਕਰ ਲੇ, ਕ੍ਰੋਧ ਆ ਜੇ, ਉਹ ਇੱਕ ਦੋ ਦਿਨਾਂ ਦੇ ਵਿੱਚ ਸ਼ਾਂਤ ਹੋ ਜਾਂਦਾ ਹੈ। ਫਿਰ ਉਸ ਤੋਂ ਬਾਅਦ ਜ਼ਿਆਦੀ ਆਰਬਲਾ, ਜ਼ਿਆਦੀ ਉਮਰ ਲੋਭ ਦੀ ਹੈ। ਫਿਰ ਉਸ ਤੋਂ ਗਾਂਹ ਮੋਹ ਦੀ ਹੈ। ਮਨੁੱਖ ਸਰੀਰ ਦੇ ਨਾਲ ਮੋਹ ਕਰਦਾ ਹੈ ਤੇ ਸਾਰੀ ਉਮਰ ਉਹਦਾ ਮੋਹ ਰਹਿੰਦਾ ਹੈ, ਪਰਿਵਾਰ ਨਾਲ, ਬੱਚਿਆਂ ਨਾਲ। ਤੇ ਫਿਰ ਉਸ ਤੋਂ ਬਾਅਦ ਅਖੀਰ ਤੇ ਹੰਕਾਰ ਦੀ ਗੱਲ ਹੈ। ਹੰਕਾਰ ਤੇ ਹਉਮੈ ਜਿਹੜੀ ਹੈ ਨਾ, ਜ਼ਿਆਦਾ ਫਰਕ ਨਹੀਂ ਹੈ। ਬਾਹਰਲੀਆਂ ਚੀਜ਼ਾਂ ਦਾ ਹੰਕਾਰ ਤੇ ਆਪਣੇ ਅੰਦਰਲੀ ਜਿਹੜੀ ਹਉਮੈ ਹੈ, ਇੱਕ ਹੀ ਗੱਲਾਂ ਹਨ, ਜ਼ਿਆਦਾ ਫਰਕ ਨਹੀਂ ਹੈ ਇਹਦੇ ਵਿੱਚ। ਹੰਕਾਰ ਦੀ ਉਮਰ ਸਭ ਤੋਂ ਵਡੇਰੀ ਹੈ ਤੇ ਮਨੁੱਖ ਮਰ ਵੀ ਜਾਂਦਾ ਤਾਂ ਵੀ ਹੰਕਾਰ ਨਹੀਂ ਜਾਂਦਾ। ਕਿਉਂ? ਗੁਰੂ ਨਾਨਕ ਸਾਹਿਬ ਕਹਿੰਦੇ, ਹਉ ਵਿੱਚ ਆਇਆ ਤੇ ਹਉ ਵਿੱਚ ਗਿਆ। ਮੌਤ ਤੋਂ ਬਾਅਦ ਵੀ ਹੰਕਾਰ ਨਹੀਂ ਜਾਂਦਾ, ਮੌਤ ਤੋਂ ਬਾਅਦ ਵੀ ਹਉਮੈ ਨਹੀਂ ਜਾਂਦੀ। ਹਉਮੈ ਦੀ ਉਮਰ ਸਭ ਤੋਂ ਵਡੇਰੀ ਹੈ ਤੇ ਹਉਮੈ ਨੂੰ ਹੀ ਮਾਰੇ ਕਹਿੰਦੇ ਛੱਡਣਾ ਹੈ। ਸਤਿਗੁਰੂ ਕਹਿੰਦੇ, ਜਿਸ ਪੁਰਖ ਨੇ ਜੇ ਪ੍ਰਾਣੀ ਹਉਮੈ ਛੱਡੀ, ਤਜੀ ਜਿਸ ਨੇ ਹਉਮੈ ਨੂੰ ਤਜ ਦਿੱਤਾ। ਤੇ ਸਾਧ ਸੰਗਤ, ਹਉਮੈ ਹੈ ਕਿ ਇੱਕ ਪਰਦਾ ਹੈ ਛੋਟਾ ਜਿਹਾ। ਧਨ ਪਿਰਕਾ ਇੱਕ ਹੀ ਸੰਗ ਬਾਸਾ, ਵਿੱਚ ਹਉਮੈ ਭੀਤ ਕਰਾਰੀ ਹੈ। ਇੱਕ ਕੰਧ ਹੈ ਹਉਮੈ ਦੀ। ਪਰਮੇਸ਼ਰ ਦਾ ਵਾਸਾ ਹੈ, ਇਸ ਸਰੀਰ ਦੇ ਅੰਦਰ ਹੀ ਹੈ। ਇੱਥੇ ਹੀ ਸਾਡੀ ਜੀਵ ਆਤਮਾ ਦਾ ਵਾਸਾ ਹੈ, ਪਰ ਉਹਦੇ ਵਿੱਚ ਇੱਕ ਕੰਧ ਹੈ ਹਉਮੈ ਦੀ। ਉਹਨੂੰ ਖਤਮ ਕਰਨਾ ਹੈ। ਤੇ ਸਤਿਗੁਰੂ ਕਹਿੰਦੇ ਆ, ਜੇ ਪ੍ਰਾਨੀ ਹਉਮੈ ਤਜੀ। ਸਾਧ ਸੰਗਤ, ਜਿਹੜਾ ਹਉਮੈ ਵਾਲਾ ਮਨੁੱਖ ਹੁੰਦਾ ਹੈ ਨਾ, ਉਹ ਦੂਸਰੇ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦਾ। ਜਿਹਦੇ ਅੰਦਰ ਹਉਮੈ ਹੈ, ਜਿਹੜਾ ਆਪਣੀ ਹੋਂਦ ਰੱਖਦਾ, ਉਹ ਕਿਸੇ ਦੀ ਹੋਂਦ ਨੂੰ ਨਹੀਂ ਬਰਦਾਸ਼ਤ ਕਰਦਾ। ਤੇ ਜਿਹੜਾ ਦੂਸਰੇ ਦੀ ਹੋਂਦ ਨੂੰ ਨਾ ਮੰਨੇਗਾ, ਫਿਰ ਪ੍ਰਾਪਤੀ ਨਹੀਂ ਹੈ। ਜਿਹੜਾ ਹੰਕਾਰੀ ਹੈ, ਉਹ ਕਿਵੇਂ ਮੰਨ ਲੇਗਾ ਕਿ ਗੁਰੂ ਹੈ, ਪਰਮੇਸ਼ਰ ਹੈ? ਨਹੀਂ ਮੰਨੇਗਾ। ਇਸ ਕਰਕੇ ਜੀਵਨ 'ਚੋਂ ਹਉਮੈ ਛੱਡਣੀ ਹੈ। ਤੇ ਪੈਂਦੇ ਖਾ ਕਹਿੰਦਾ ਹੈ ਕਿ ਪਹਿਲੀ ਜੰਗ ਜਿੱਤੀ ਹੈ ਗੁਰੂ ਹਰਗੋਬਿੰਦ ਸਾਹਿਬ ਨੇ, ਮੇਰੇ ਕਰਕੇ ਜਿੱਤੀ ਹੈ। ਹਉਮੈ ਆ ਗਈ ਨਾ, ਮੇਰੇ ਕਰਕੇ ਅੰਮ੍ਰਿਤਸਰ ਦੀ ਪਹਿਲੀ ਜੰਗ ਗੁਰੂ ਹਰਗੋਬਿੰਦ ਸਾਹਿਬ ਨੇ ਜਿੱਤੀ। ਜੇ ਮੈਂ ਨਾ ਹੁੰਦਾ ਤੇ ਇਹ ਜੰਗ ਕਿੱਥੋਂ ਜਿੱਤ ਲੈਂਦੇ? ਮਹਾਰਾਜ ਕਹਿੰਦੇ, ਕੋਈ ਗੱਲ ਨਹੀਂ ਭਾਈ। ਸਤਿਗੁਰਾਂ ਨੇ ਵਿਆਹ ਵੀ ਕੀਤਾ ਇਹਦਾ, ਇਹਨੂੰ ਘਰ ਵੀ ਲੈ ਕੇ ਦਿੱਤਾ, ਪਰ ਸਤਿਗੁਰਾਂ ਨੇ ਅਗਲੀਆਂ ਜੰਗਾਂ ਨਹੀਂ ਫਿਰ ਇਹਨੂੰ ਨਾਲ ਲੜਾਈਆਂ। ਮਹਾਰਾਜ ਕਹਿੰਦੇ, ਕੋਈ ਨਹੀਂ, ਅਸੀਂ ਆਪੇ ਜਿੱਤ ਲਾਂਗੇ। ਫਿਰ ਅਖੀਰ ਸਤਿਗੁਰਾਂ ਦੇ ਉੱਤੇ ਹੀ ਚੜ ਕੇ ਆ ਗਿਆ। ਮਹਾਰਾਜ ਕਹਿੰਦੇ, ਫਿਰ ਹੁਣ ਆਪਣੇ ਅੱਲਾ ਨੂੰ ਯਾਦ ਕਰ ਲਾ। ਤੈਨੂੰ ਹੰਕਾਰ ਸੀ ਨਾ, ਤੈਨੂੰ ਹਉਮੈ ਸੀ ਕਿ ਮੇਰੇ ਤੋਂ ਬਿਨਾ ਹਰਗੋਬਿੰਦ ਸਾਹਿਬ ਜੰਗ ਨਹੀਂ ਜਿੱਤ ਸਕਦੇ। ਤੇ ਮਹਾਰਾਜ ਨੇ ਕਿਹਾ, ਲਿਆ ਫਿਰ ਅੱਲਾ ਨੂੰ ਯਾਦ ਕਰ ਲਾ। ਪਹਿਲਾ ਵਾਰ ਕਰ ਪੈਂਦੇ ਖਾਂ। ਪਹਿਲਾ ਵਾਰ ਕੀਤਾ। ਮਹਾਰਾਜ ਕਹਿੰਦੇ, ਹੁਣ ਰੱਬ ਨੂੰ ਯਾਦ ਕਰ। ਸਤਿਗੁਰਾਂ ਨੇ ਪਹਿਲੇ ਵਾਰ ਦੇ ਵਿੱਚ ਹੀ ਝਟਕਾ ਦਿੱਤਾ ਸੀ ਪੈਂਦੇ ਖਾਂ। ਹੰਕਾਰ ਜਿਹੜਾ, ਹਉਮੈ ਜਿਹੜਾ ਆ, ਉਹ ਗੁਰੂ ਦੀ ਨਹੀਂ ਮੰਨਦਾ, ਹਉਮੈ ਨਹੀਂ ਮੰਨਣ ਦਿੰਦਾ ਗੁਰੂ ਦੀ। ਲਾਲ ਸਿੰਘ ਆਇਆ ਹੈ, ਢਾਲ ਵਾਲੀ ਸਾਖੀ ਆਪ ਜੀ ਨੇ ਸੁਣੀ ਹੋਵੇਗੀ। ਲਾਲ ਸਿੰਘ ਆਇਆ ਹੈ, ਕਹਿੰਦਾ, ਮਹਾਰਾਜ ਮੇਰੀ ਢਾਲ ਹੈ, ਗੋਲੀ ਦਾ ਨਿਸ਼ਾਨਾ ਪਰਖੋ। ਸਤਿਗੁਰ ਕਹਿੰਦੇ, ਇਹ ਢਾਲ ਕਿਹੜੀ, ਇਹਦੇ ਵਿੱਚ ਦੀ ਗੋਲੀ ਤੇ ਆਮ ਹੀ ਲੰਘ ਜਾਣੀ ਹੈ। ਮਹਾਰਾਜ, ਤੁਹਾਨੂੰ ਨਹੀਂ ਪਤਾ ਤੁਸੀਂ ਕਿਹਦੇ ਨਾਲ ਗੱਲ ਕਰਦੇ? ਹਉਮੈ ਆ ਗਈ। ਤੁਹਾਨੂੰ ਨਹੀਂ ਪਤਾ ਇਹ ਢਾਲ ਬਣਾਈ ਕਿੰਨੇ ਆ? ਮੈਂ ਬਣਾਈ ਆ, ਲਾਲ ਸਿੰਘ ਨੇ। ਜਦੋਂ ਕਿਹਾ ਨਾ ਮੈਂ ਬਣਾਈ ਹੈ, ਹਉਮੈ ਆ ਗਈ। ਮਹਾਰਾਜ ਕਹਿੰਦੇ, ਚੱਲ ਸਵੇਰੇ ਆਈ ਤੇ ਫਿਰ ਪਰਖਾਂਗੇ ਭਾਈ, ਤੇਰੀ ਢਾਲ ਵੀ ਪਰਖ ਲਾਂਗੇ, ਕਿਹੜੀ ਗੱਲ ਹੈ। ਘਰ ਗਿਆ ਹੈ, ਪਤਨੀ ਨੇ ਸਮਝਾਇਆ, ਕੀ ਕਰ ਆਇਆ? ਗੁਰੂ ਦੇ ਅੱਗੇ ਹੰਕਾਰ। ਕਹਿੰਦਾ, ਘਰ ਤੇ ਮੈਂ ਮਾੜੀ ਗੱਲ ਆਇਆ। ਅਰਦਾਸ ਕਰਾਈ ਸਿੱਖਾਂ ਕੋਲੋਂ। ਸਿੱਖ ਕਹਿੰਦੇ, ਫਿਰ ਹੁਣ ਗੁਰੂ ਹੀ ਬਚਾਉਣਗੇ ਤੈਨੂੰ। ਅਗਲੇ ਦਿਨ ਫਿਰ ਅਰਦਾਸਾਂ ਕਰਦਾ ਹੈ ਮਹਾਰਾਜ ਦੇ ਅੱਗੇ। ਮਹਾਰਾਜ ਕਹਿੰਦੇ, ਲਿਆ ਫਿਰ ਲਾਲ ਸਿਆਂ, ਢਾਲ ਤੇਰੀ ਕਿੱਥੇ ਹੈ? ਢਾਲ ਲੈ ਕੇ ਪਹਿਲੋਂ ਤੇ ਢਾਲ ਅੱਗੇ ਕੀਤੀ, ਫਿਰ ਪਾਸੇ ਕਰ ਲਈ। ਮਹਾਰਾਜ ਕਹਿੰਦੇ, ਅੱਗੇ ਕਿਉਂ ਨਹੀਂ ਕਰਦਾ? ਕਹਿੰਦਾ, ਮਹਾਰਾਜ ਹੁਣ ਮੈਨੂੰ ਪਤਾ ਲੱਗ ਗਿਆ, ਗੋਲੀ ਢਾਲ ਦੇ ਵਿੱਚ ਨਹੀਂ, ਮੇਰੀ ਹਿੱਕ 'ਚ ਵੱਜਣੀ। ਮਹਾਰਾਜ, ਤੁਸੀਂ ਕੱਲ ਹੀ ਵਚਨ ਕਰਤਾ ਸੀ ਤੇਰੀ ਢਾਲ ਕੱਚੀ ਹੈ
ਤੇ ਮਹਾਰਾਜ ਨੂੰ ਅੱਗੇ ਰੱਖਾਂ ਭਾਵੇਂ ਨਾ ਰੱਖਾਂ, ਗੋਲੀ ਤੇ ਇੱਕ 'ਚ ਹੀ ਵੱਜਣੀ। ਮਹਾਰਾਜ ਕਹਿੰਦੇ ਹੁਣ ਜਿਹੜਾ ਲਾਲ ਸਿੰਘ ਪਹਿਲੋਂ ਵਾਲਾ ਸੀ ਨਾ, ਹੁਣ ਉਹ ਨਹੀਂ ਰਿਹਾ। ਕੱਲ ਵਾਲਾ ਲਾਲ ਸਿੰਘ ਜਿਹੜਾ ਸੀ ਉਹ ਹੰਕਾਰ ਵਾਲਾ ਸੀ, ਹਉਮੈ ਵਾਲਾ ਸੀ। ਤੇ ਅੱਜ ਵਾਲਾ ਜਿਹੜਾ ਲਾਲ ਸਿੰਘ ਆ ਉਹ ਹੰਕਾਰ ਤੋਂ, ਹਉਮੈ ਤੋਂ ਨਿਰਲੇਪ ਹੈ। ਹੰਕਾਰ ਜਿਹੜਾ ਹੈ ਉਹ ਦੂਸਰੇ ਦੀ ਹੋਂਦ ਸਵੀਕਾਰ ਨਹੀਂ ਕਰਦਾ। ਮਹਾਰਾਜ ਕਹਿੰਦੇ ਹਉਮੈ ਨੂੰ ਤਜ ਦੇ ਤੇ ਕਰਤੇ ਨੂੰ ਪਛਾਣ ਲਾ। ਕਰਤਾ ਕੌਣ ਹੈ? ਪਰਮੇਸ਼ਰ, ਜਿਹਨੇ ਬਣਾਇਆ ਹੈ ਸਾਨੂੰ। ਉਸ ਵਾਹਿਗੁਰੂ ਨੂੰ, ਕਰਤੇ ਨੂੰ ਪਛਾਣ ਲਾ। ਉਸ ਰਾਮ ਨੂੰ ਪਛਾਣ ਲਾ ਜਿਹੜਾ ਰਮਿਆ ਹੋਇਆ ਹੈ। ਕਹੋ ਨਾਨਕ ਵਹ ਮੁਕਤ ਨਾਰ, ਉਹ ਮਨੁੱਖ ਮੁਕਤ ਹੈ ਜਿਹਦੇ ਜੀਵਨ ਦੇ ਵਿੱਚ ਕਰਤਾ ਆ ਗਿਆ, ਪਰਮੇਸ਼ਰ ਆ ਗਿਆ, ਉਹ ਬੰਧਨਾਂ ਤੋਂ ਮੁਕਤ ਹੋ ਗਿਆ। ਇਹ ਮਨ ਸਾਚੀ ਮਾਨ, ਮੇਰਿਆ ਮਨਾ ਇਸ ਗੱਲ ਨੂੰ ਸੱਚੀ ਕਰਕੇ ਮੰਨ ਲਾ। ਇਸ ਗੱਲ ਨੂੰ ਆਪਣੇ ਜੀਵਨ 'ਚ ਧਾਰਨ ਕਰ ਲਾ ਕਿ ਹਉਮੈ ਛੱਡ ਕੇ ਤੇ ਕਰਤੇ ਰਾਮ ਨੂੰ ਪਛਾਣ ਲੈ। ਭੈ ਨਾਸਨ ਦੁਰਮਤ ਹਰਨ, ਕਲ ਮੈਂ ਹਰਿ ਕੋ ਨਾਮ। ਨਿਸ ਦਿਨ ਜੋ ਨਾਨਕ ਭਜੈ, ਸਫਲ ਹੋਹੇ ਤੇਹ ਕਾਮ। ਮਨੁੱਖ ਕਹਿੰਦਾ ਮੇਰੇ ਜੀਵਨ ਦੇ ਸਾਰੇ ਕੰਮ ਸਫਲ ਹੋ ਜਾਣ, ਮੈਂ ਜੋ ਚਾਹੁੰਦਾ ਹੈ ਨਾ ਉਹ ਹੋ ਜਾਵੇ, ਪਰ ਹੁੰਦਾ ਨਹੀਂ ਹੈ ਜ਼ਿਆਦਾਤਰ। ਤੇ ਕਿਉਂ ਨਹੀਂ ਹੁੰਦਾ? ਇੱਕ ਤੇ ਭੈ ਹੈ ਸਭ ਤੋਂ ਵੱਡਾ। ਅਰਦਾਸ ਕਰਦੇ ਤਾਂ ਵੀ ਭੈ ਹੈ, ਪਤਾ ਨਹੀਂ ਪੂਰੀ ਹੋਵੇ ਕਿ ਨਾ ਹੋਵੇ, ਭੈ ਹੈ ਨਾ। ਤੇ ਦੂਸਰੀ ਹੈ ਦੁਰਮਤ। ਦੁਰਮਤ ਕੀ ਹੈ? ਵਿਕਾਰਾਂ 'ਚ ਲੱਗੇ ਆ। ਦੁਰਮਤ ਕੀ ਹੈ? ਗੁਰੂ ਦੀ ਗੱਲ ਮੰਨਣੀ ਨਹੀਂ ਹੈ ਤੇ ਕਹਿਣਾ ਕਿ ਅਰਦਾਸਾਂ ਵੀ ਪੂਰੀਆਂ ਹੋ ਜਾਣ। ਫਿਰ ਕੰਮ ਕਿੱਥੋਂ ਪੂਰੇ ਹੋਣ? ਨਹੀਂ ਹੋਣਗੇ। ਸਤਿਗੁਰੂ ਕਹਿੰਦੇ ਆ ਪਹਿਲਾਂ ਭੈ ਨਾਸਣ, ਪਰਮੇਸ਼ਰ ਭੈ ਨੂੰ ਨਾਸ਼ ਕਰਨ ਵਾਲਾ ਹੈ। ਗੁਰੂ ਭੈ ਨੂੰ ਖਤਮ ਕਰ ਦਿੰਦਾ ਹੈ। ਫਿਰ ਦੁਰਮਤ ਜਿਹੜੀ ਹੈ ਨਾ ਉਹਨੂੰ ਹਰ ਲੈਂਦਾ ਹੈ। ਦੁਰਮਤ ਟਿਕਾਓ ਨਹੀਂ ਦਿੰਦੀ ਸਾਧ ਸੰਗਤ। ਸੋਨੇ ਦੇ ਵਿੱਚ ਜੇ ਮਿਲਾਵਟ ਹੈ ਤੇ ਉਹ ਕੁਠਾਲੀ 'ਚ ਭੱਜਾ ਫਿਰੇਗਾ, ਤੇ ਜਦੋਂ ਸੋਨਾ ਸ਼ੁੱਧ ਹੋ ਜਾਂਦਾ ਹੈ ਟਿਕ ਜਾਂਦਾ ਹੈ। ਜੇ ਜੀਵਨ 'ਚ ਦੁਰਮਤ ਹੈ, ਜੀਵਨ ਕਦੇ ਵੀ ਨਹੀਂ ਟਿਕੇਗਾ। ਤੇ ਜਦੋਂ ਜੀਵਨ ਦੇ ਵਿੱਚ ਟਿਕਾਓ ਆਉਣਾ ਹੈ ਉਹ ਗੁਰਮਤ ਨਾਲ ਆਉਣਾ, ਗੁਰੂ ਦੇ ਲੜ ਲੱਗ ਕੇ ਆਉਣਾ, ਗੁਰੂ ਦੀ ਸਿੱਖਿਆ ਧਾਰਨ ਕਰਕੇ ਆਉਣਾ। ਸਤਿਗੁਰੂ ਕਹਿੰਦੇ ਭੈ ਨਾਸਣ, ਪਰਮੇਸ਼ਰ ਭੈ ਦਾ ਨਾਸ਼ ਕਰਨ ਵਾਲਾ ਹੈ ਵਾਹਿਗੁਰੂ। ਦੁਰਮਤ ਹਰਨ ਵਾਲਾ ਹੈ ਉਹ ਅਕਾਲ ਪੁਰਖ। ਕਲ ਮੈਂ ਹਰਿ ਕੋ ਨਾਮ, ਜਿਹਦਾ ਨਾਮ ਕਲ ਦੇ ਵਿੱਚ ਜਿਹੜਾ ਹੈ ਉਹ ਦੁਰਮਤ ਨਾਸ਼ ਕਰਦਾ ਹੈ। ਕਲ ਮੈਂ ਹਰਿ ਕੋ ਨਾਮ, ਉਸ ਪਰਮੇਸ਼ਰ ਦਾ, ਉਸ ਨਾਮੀ ਦਾ ਨਾਮ ਜਿਹੜਾ ਹੈ ਉਹ ਭੈ ਨੂੰ ਨਾਸ਼ ਕਰਦਾ ਹੈ, ਉਹ ਦੁਰਮਤ ਨੂੰ ਨਾਸ਼ ਕਰਦਾ ਹੈ। ਮਹਾਰਾਜ ਕਹਿੰਦੇ ਨਿਸ ਦਿਨ, ਦਿਨ ਰਾਤ, ਨਿਸ ਰਾਤ ਦਿਨ ਜੋ ਨਾਨਕ ਭਜੈ, ਜੋ ਉਸ ਪਰਮੇਸ਼ਰ ਵਾਹਿਗੁਰੂ ਨੂੰ ਇਹ ਨਾਨਕ ਭਜਦਾ ਹੈ, ਸਿਮਰਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸਫਲ ਹੋਏ ਇਹ ਕਾਮ, ਉਹਦੇ ਕੰਮ ਸੰਪੂਰਨ ਹੋ ਜਾਂਦੇ ਆ ਜਿਹੜਾ ਦਿਨ ਰਾਤ ਸਿਮਰਨ ਕਰਦਾ। ਜਿਹੜਾ ਦਿਨ ਰਾਤ ਚੇਤੇ ਕਰਦਾ ਉਹਦੀਆਂ ਦਿੱਤੀਆਂ ਦਾਤਾਂ ਨੂੰ, ਪਰਮੇਸ਼ਰ ਇਹ ਵੀ ਤੇਰਾ, ਇਹ ਵੀ ਤੇਰਾ, ਗੁਣ ਉਹਦੇ ਗਾਉਂਦਾ ਹੈ। ਸਤਿਗੁਰੂ ਕਹਿੰਦੇ ਆ ਜਿਹੜਾ ਧਿਆਨ ਕਰਕੇ ਉਸ ਪਰਮੇਸ਼ਰ 'ਚ ਜੁੜ ਗਿਆ, ਉਹ ਮਨੁੱਖ ਜਿਹੜਾ ਹੈ ਉਹਦੇ ਸਫਲ ਹੋ ਜਾਂਦੇ ਸਾਰੇ ਕੰਮ। ਟਿਕਾ ਆ ਜਾਂਦਾ ਜੀਵਨ ਦੇ ਵਿੱਚ, ਗੁਰਮਤ ਆ ਜਾਂਦੀ ਜੀਵਨ 'ਚ, ਦੁਰਮਤ ਨਾਸ਼ ਹੋ ਜਾਂਦੀ। ਸਤਿਗੁਰੂ ਰਹਿਮਤ ਕਾਰਨ 20 ਸ਼ਲੋਕ ਆਪਾਂ ਸੰਪੂਰਨ ਕੀਤੇ ਨੇ। ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸਮਾਂ ਹੋ ਚੁੱਕਿਆ ਹੈ। ਸਤਿਗੁਰੂ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।